ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦੁ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਤੁਧ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ। ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਚਿਤ ਆਨੰਦ ਪਰਮਾਤਮ ਦੇ ਪੁਰੀ ਬਸੰਤਾ ਸਾਹਿਬ ਪੁਰਸ਼ਾ ਸ੍ਰੀ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਨੇ ਅਪਾਰ ਰਹਿਮਤ ਕਿਰਪਾ ਕੀਤੀ ਹੈ। ਸਾਨੂੰ ਤੁਹਾਨੂੰ ਸਭ ਨੂੰ ਅੰਮ੍ਰਿਤ ਵੇਲੇ ਦੇ ਸੁਭਾਗ ਸਮੇਂ ਬਖਸ਼ਿਆ ਨਿਤਨੇਮ ਦੀਆਂ ਅਮੋਲਕ ਦਾਤਾਂ, ਸਤ ਸੰਗਤ ਦੇ ਮਹਾਨ ਕੁੰਭ ਸੰਗਤਾਂ ਦੇ ਦਰਸ਼ਨ ਮੇਲੇ, ਗੁਰ ਸ਼ਬਦ ਦੀ ਵਿਚਾਰ, ਗੁਰ ਇਤਿਹਾਸ ਦੀ ਵਿਚਾਰ ਬਖਸ਼ਿਸ਼ ਕੀਤੀ ਹੈ। ਸੋ ਸਾਧ ਸੰਗਤ ਜੀ ਰਲ ਮਿਲ ਕਰਕੇ ਸਤਿਗੁਰਾਂ ਤੇ ਅੰਮ੍ਰਿਤਮਈ ਬਚਨਾਂ ਦੀ, ਅੰਮ੍ਰਿਤਮਈ ਗੁਰਬਾਣੀ, ਅਗਾਧ ਬੋਧ ਸਤਿਗੁਰਾਂ ਦੇ ਬਚਨ, ਪਾਵਨ ਬੋਲਾਂ ਦੀ ਸਾਂਝ ਪਾਈਏ, ਵਿਚਾਰ ਕਰੀਏ ਭਾਈ ਰਲ ਮਿਲ ਕਰਕੇ, ਤੇ ਕੋਸ਼ਿਸ਼ ਕਰੀਏ ਜੋ ਵੀ ਪੜ੍ਹਨਾ ਸੁਣਨਾ ਉਹਦੀ ਰਜਾ ਦੇ ਵਿੱਚ ਸੱਚ ਦਾ ਗਿਆਨ ਹਿਰਦੇ ਵਸੇ ਸਾਡੇ, ਇੱਥੇ ਆਇਆਂ ਦਾ ਕੋਈ ਲਾਹਾ ਮਿਲੇ। ਕੱਲ ਜੋ ਵਿਚਾਰਿਆ ਸੀ ਕਿ ਸੁਤੇ ਸਿੱਧ ਹੀ ਪ੍ਰੇਮ ਦੇ ਵਿੱਚ ਸਹਿਜੇ ਟਕਾ ਦੇ ਨਾਲ ਪਰਮਾਤਮਾ ਦੀ ਸਿਫਤ ਸਲਾਹ ਕਰਨਾ ਕਰੀਏ, ਤੇ ਜਿਹੜੇ ਉਹਦੀ ਸਿਫਤ ਸਲਾਹ ਵਿੱਚ ਭਾਵ ਆਪਣੀ ਮੌਜ ਮਸਤੀ ਦੇ ਵਿੱਚ ਰੰਗ ਜਾਂਦੇ ਆ ਨਾ, ਉਹਦੇ ਨਾਮ ਦੇ ਵਿੱਚ ਉਹ ਭਵਜਲ ਉਤਰੇ ਪਾਰ, ਉਹ ਇਸ ਸੰਸਾਰ ਸਮੁੰਦਰ ਭੈ ਰੂਪੀ ਜਲ ਜਿਹੜਾ ਹੈ, ਸਮੁੰਦਰ ਜਿਹੜਾ ਹੈ, ਸਾਗਰ ਜਿਹੜਾ ਹੈ, ਉਹ ਤੋਂ ਪਾਰ ਉਤਰ ਜਾਂਦੇ ਨੇ। ਤੇ ਮਹਾਰਾਜ ਅੱਗੇ ਬਚਨ ਕਰਦੇ ਹਨ ਕਿ ਤੀਰਥ ਬਰਤ ਲਖ ਸੰਜਮਾ ਪਾਈਐ ਸਾਧੂ ਧੂਰ। ਐ ਭਾਈ ਜੋ ਵੀ ਤੀਰਥ ਕਹੀਏ, ਤੀਰਥਾਂ ਦੇ ਇਸ਼ਨਾਨ ਕਰਕੇ ਆ ਇਕਾਦਸ਼ੀ ਏਕਾਦਸ਼ੀ ਹੈ, ਆਪਾਂ ਇਕਾਦਸ਼ੀ ਕਹਿ ਦਿੰਦੇ, ਇਕਾਦਸ਼ੀ ਮੱਸਿਆ ਪੁੰਨਿਆ ਦਿਨ ਜਿਹੜੇ ਨੇ ਕਿਹਾ ਸੋਮਵਾਰ ਦਾ ਮੈਂ ਵਰਤ ਰੱਖਣਾ, ਮੰਗਲਵਾਰ ਦਾ ਵਰਤ ਰੱਖਣਾ ਹੈ ਜੀ, ਸ਼ੁੱਕਰਵਾਰ ਦਾ ਵਰਤ ਰੱਖਣਾ, ਸ਼ਨੀਵਾਰ ਦਾ ਮੇਰਾ ਵਰਤ ਹੈ।
ਇਹ ਜਿਹੜੇ ਵਰਤ ਰੱਖਣੇ ਨੇ ਲੱਖ ਸੰਜਮਾਂ ਕਹੀਏ ਇੰਦਰੀਆਂ ਨੂੰ ਜਿੱਤਣ ਲਈ, ਹੋਰ ਲੱਖਾਂ ਸੰਜਮ ਕਰਦਾ, ਸਾਧਨ ਕਰਦਾ ਬੰਦਾ ਕਿ ਮੇਰਾ ਖੁਦਾ ਇਸ਼ਟ ਈਸ਼ਵਰ ਭਗਵਾਨ ਪਰਮਾਤਮਾ ਖੁਸ਼ ਹੋ ਜਾਏ ਮੇਰੇ ਤੇ, ਮੈਂ ਵਰਤ ਰੱਖਾਂ, ਮੈਂ ਮਹੀਨੇ ਮੱਸਿਆ ਜਾਵਾਂ। ਕਰਮ ਕਰਨੇ ਨੇ ਜਿਹੜੇ ਬੰਦੇ ਨੇ ਲੱਖਾਂ ਹੀ। ਇਹ ਕੀ ਨੇ? ਪਾਈਐ ਸਾਧੂ ਧੂਰ। ਇਹਨਾਂ ਸਾਰਿਆਂ ਦਾ ਫਲ ਸਾਧੂ ਮਹਾਤਮਾ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਕੇ ਹੋ ਜਾਂਦਾ ਹੈ। ਰੱਬ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ ਬਣ ਜਾ, ਮਹਾਰਾਜ ਕਹਿੰਦੇ। ਉਹਨਾਂ ਦੇ ਚਰਨੀ ਲੱਗ ਕਰਕੇ, ਉਹਨਾਂ ਦੀ ਚਰਨਾਂ ਦੀ ਧੂੜ ਪ੍ਰਾਪਤ ਕਰਕੇ ਆ ਮਹੀਨੇ ਮੱਸਿਆ ਇਕਾਦਸ਼ੀ ਪੁੰਨਿਆ, ਸੋਮਵਾਰ ਦੇ ਵਰਤ, ਮੰਗਲਵਾਰ ਦੇ ਵਰਤ ਬੜੇ ਸੰਜਮ ਰੱਖਦਾ ਬੰਦਾ, ਸਾਧਨ ਕਰਦਾ। ਇਹ ਜਿਤਨਾ ਵੀ ਫਲ ਹੈ ਗੁਰਮੁਖੋ, ਆਪਣੇ ਆਪ ਨੂੰ ਨੀਵਾਂ ਖਵਾ ਕੇ ਸਾਧੂਆਂ ਦਾ ਸੰਗ ਕਰਕੇ ਉਹਨਾਂ ਦੀ ਧੂੜੀ ਦੇ ਵਿੱਚੋਂ ਇੰਨਾ ਫਲ ਮਿਲ ਜਾਂਦਾ ਹੈ। ਭਾਵ ਸਾਧ ਸੰਗਤ ਦੀ ਧੂੜੀ ਬਣ ਕੇ ਹੀ ਇਹ ਫਲ ਮਿਲ ਜਾਂਦਾ। ਇੱਥੇ ਆ ਕੇ ਗੁਰੂ ਦੇ ਚਰਨਾਂ 'ਚ ਬਹਿਣਾ, ਕੇਵਲ ਫਿਰ ਇਹ ਹੀ ਨਹੀਂ ਕਿ ਆ ਗਏ, ਬਹਿ ਗਏ, ਤੁਰ ਗਏ, ਮੁੜ ਗਏ, ਨਹੀਂ, ਅਮਲ ਵੀ ਕਰਨਾ ਜੀ। ਉੱਥੇ ਦਵਾਈ ਨੇ ਫਰਕ ਅੰਦਰ ਜਾ ਕੇ ਪਾਉਣਾ, ਨਾ ਕਿ ਬਾਹਰ। ਜਿੰਨਾ ਮਰਜੀ ਅਸੀਂ ਜੇਬ 'ਚ ਭਰੀ ਫਿਰੀਏ, ਜੇਬ ਪਾਈ ਫਿਰੀਏ, ਘਰ ਭਰੀ ਰੱਖੀਏ ਦਵਾਈਆਂ ਦੇ ਨਾਲ, ਦਵਾਈ ਜਿਤਨਾ ਸਮਾਂ ਅੰਦਰ ਨਹੀਂ ਨਾ ਜਾਂਦੀ, ਖਾਂਦੇ ਨਹੀਂ ਆਪਾਂ ਉਹਨੂੰ, ਸੇਵਨ ਨਹੀਂ ਕਰਦੇ ਉਹਦਾ, ਉਹਨੇ ਫਰਕ ਥੋੜੀ ਜਿਹੀ ਪਾਉਣਾ। ਨਾਲ ਮਰਿਆਦਾ ਵੀ ਹੁੰਦੀ ਹੈ, ਨਿਯਮ, ਕਿ ਆਹ ਚੀਜ਼ਾਂ ਤੋਂ ਪਰਹੇਜ਼ ਰੱਖਣਾ ਹੈ, ਆਹ ਨਹੀਂ ਖਾਣਾ, ਉਹ ਨਹੀਂ ਖਾਣਾ, ਫਿਰ ਦਵਾਈ ਕੰਮ ਕਰੂਗੀ, ਨਹੀਂ ਕਰਨੀ। ਸਤ ਸੰਗਤ ਦੀ ਧੂੜੀ ਬਣ ਕੇ ਆ ਵਰਤ ਸੰਜਮ ਜਿਹੜੇ ਨੇ ਬੰਦਾ ਇਤਨਾ ਫਲ ਪ੍ਰਾਪਤ ਕਰ ਲੈਂਦਾ ਹੈ। ਲੋਕ ਕਮਾਵੇ ਕਿਸ ਤੇ, ਜਾ ਵੇਖੈ ਸਦਾ ਹਦੂਰ। ਐ ਬੰਦੇ ਲੁਕ ਛਿਪ ਕੇ, ਭਾਵ ਲੁਕ ਕੇ ਤੂੰ ਕੀ ਤੋਂ ਪਾਪ ਕਮਾ ਰਿਹਾ, ਕੀ ਤੋਂ ਪਾਪ ਕਮਾਉਣਾ ਲੁਕ ਕੇ। ਲੋਕ ਕਮਾਵੇ ਕਿਸ ਤੇ, ਲੁਕਦਾ ਜੀ ਬੰਦਾ ਪੜਦੇ ਚ ਰਹਿ ਕੇ, ਕੁਕਰਮ ਵਿਕਾਰ ਕਰਦਾ, ਪਾਪ ਕਮਾ ਰਿਹਾ ਕੀ ਤੋਂ ਲੁਕ ਕੇ, ਜਦੋਂ ਕਿ ਉਹ ਪ੍ਰਮਾਤਮਾ ਸਦਾ ਹਦੂਰ ਕਹੀਏ ਨੇੜੇ ਤੋਂ ਵੀ ਨੇੜੇ ਹੋ ਕੇ ਸਾਨੂੰ ਦੇਖ ਰਿਹਾ। ਨੇੜੇ ਤੋਂ ਨੇੜੇ ਹੋ ਕੇ ਵੀ ਉਹ ਵੇਖਦਾ ਅੰਦਰ, ਕੀ ਤੋਂ ਲੁਕਨੇ ਆ, ਕੀ ਤੋਂ ਲੁਕਾਉਨੇ ਆ। ਬਾਣੀ ਕਹਿ ਰਹੀ ਹੈ ਕਿ ਅਨੇਕ ਪੜਦੈ ਮੈਂ ਕਮਾਵੈ ਵਿਕਾਰ, ਖਿਨ ਮੈਂ ਪ੍ਰਗਟ ਹੋਏ ਸੰਸਾਰ। ਬੰਦਾ ਆਪਣੇ ਆਪ ਨਾਲ ਹੀ ਧੋਖਾ ਕਰਦਾ, ਆਪਣੇ ਆਪ ਨਾਲ। ਅਨੇਕ ਪੜਦੈ ਮੈਂ, ਪੜਦੇ ਚ ਰਹਿ ਕੇ ਕਰਦਾ ਬੰਦਾ, ਤੇ ਖਿਨ ਮੈਂ ਪ੍ਰਗਟ ਹੋਏ ਸੰਸਾਰ। ਇੱਕ ਖਿਨ ਦੇ ਵਿੱਚ ਪ੍ਰਗਟ ਹੋ ਜਾਂਦਾ ਵੀ ਆਹ ਕੁਛ ਬੰਦੇ ਨੇ ਕੀਤਾ। ਮਹਾਰਾਜ ਕਹਿੰਦੇ ਆ, ਦੇ ਕਬਾੜ ਅਨੇਕ ਪੜਦੈ ਮੈਂ, ਪਰਦਾਰਾ ਸੰਗ ਫਾਕੈ। ਚਿੱਤਰ ਗੁਪਤ ਜਬ ਲੇਖਾ ਮੰਗੈ, ਤਬ ਕੌਣ ਪੜਦਾ ਤੇਰਾ ਢਾਕੈ। ਚਿੱਤਰ ਤੇ ਗੁਪਤ ਦੋ ਨੇ। ਚਿੱਤਰ ਸਾਡੇ ਸਾਹਮਣੇ ਜਿਹੜਾ ਸਾਨੂੰ ਦੀਂਦਾ, ਇੱਕ ਗੁਪਤ ਰੱਖਿਆ ਮਾਲਕ ਨੇ ਲੇਖਾ ਮਾੜੇ ਮਾੜੇ ਕਰਮਾਂ ਦਾ, ਉਹ ਗੁਪਤ ਹੈ। ਜੇ ਸਾਡੇ ਸਾਹਮਣੇ ਹੁੰਦਾ ਸੀ ਪਾੜ ਦੇਣਾ ਸੀਗਾ, ਤਾਂ ਗੁਪਤ ਨੇ ਜੀ। ਮਹਾਰਾਜ ਕਹਿੰਦੇ, ਥਾਨ ਥਨੰਤਨ ਰਵ ਰਹਿਆ, ਪ੍ਰਭ ਮੇਰਾ ਭਰਪੂਰ। ਉਹ ਸਾਰੇ ਥਾਨ ਕਹੀਏ ਮਕਾਨਾਂ, ਅਸੀਂ ਮਕਾਨੀਆਂ, ਜਿਹੜੇ ਅਸੀਂ ਮਕਾਨਾਂ 'ਚ ਰਹਿਣ ਵਾਲੇ ਮਕਾਨੀਏ ਆ, ਜਾਂ ਜੀਵ
ਵਿੱਚ ਅਸੀਂ ਰਹਿਣ ਵਾਲੇ ਜਿਤਨੇ ਵੀ ਆ, ਉਹ ਸਭ ਦੇ ਵਿੱਚ ਵਿਆਪਕ ਹੋ ਰਿਹਾ। ਉਹ ਪਰਮੇਸ਼ਰ ਭਰਪੂਰ ਹੈ, ਵਿਆਪਕ ਹੈ, ਸਭ ਦੇ ਵਿੱਚ ਵਰਤਦਾ ਹੈ। ਸੱਚ ਪਾਤਸ਼ਾਹੀ ਅਮਰ ਸੱਚ, ਸੱਚੇ ਸੱਚਾ ਥਾਨ। ਕਹਿੰਦੇ ਉਹਦੀ ਸਰੂਪ ਰੂਪੀ ਪਾਤਸ਼ਾਹੀ ਵੀ ਸੱਚੀ ਆ, ਉਹਦਾ ਅਮਰ ਕਹੀਏ, ਉਹਦਾ ਹੁਕਮ ਵੀ ਸੱਚਾ ਹੈ। ਪਰਮਾਤਮਾ ਦਾ ਸੱਚਾ ਥਾਨ, ਸੱਚਖੰਡ ਰੂਪੀ ਸਥਾਨ ਵੀ ਸੱਚਾ ਹੈ ਪ੍ਰੇਮੀਓ। ਸਰੂਪ ਰੂਪੀ ਸੱਚਾ ਥਾਨ ਹੈ, ਸਾਧ ਸੰਗਤ ਰੂਪੀ ਸੱਚਾ ਥਾਨ। ਉਹ ਐਸਾ ਰਾਜਾ ਹੈ, ਐਸਾ ਰਾਜਾ ਹੈ ਜੋ ਖੁਦ ਵੀ ਸੱਚਾ ਹੈ, ਉਹਦੇ ਦਰਬਾਰੀ ਵੀ ਸੱਚੇ ਨੇ, ਉਹਦਾ ਦਰਬਾਰ ਵੀ ਸੱਚਾ ਹੈ, ਉਹਦਾ ਹੁਕਮ ਵੀ ਸੱਚਾ ਹੈ। ਤੇ ਤਾਂ ਹੀ ਧਰਮ ਰਾਏ ਨੂੰ ਹੁਕਮ ਹੈ ਵਹਿ ਸੱਚਾ ਧਰਮ ਵਿਚਾਰ। ਧਰਮਰਾਜ ਜੋ ਸਾਡੇ ਕਰਮਾਂ ਦਾ ਲੇਖਾ ਜੋਖਾ ਕਰਦਾ, ਉਹਨੂੰ ਹੁਕਮ ਹੈ ਜੀ, ਮਾਲਕ ਦਾ ਹੁਕਮ ਸੱਚਾ ਹੈ ਕਿ ਕਿਸੇ ਨਾਲ ਰਹਿਤ ਨਾ ਹੋਵੇ। ਸੱਚ ਦੀ ਵਿਚਾਰ ਕਰਨੀ ਹੈ, ਕਿਉਂਕਿ ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਉਹ ਸੱਚਾ ਹੈ, ਉਹਦਾ ਹੁਕਮ ਵੀ ਸੱਚਾ ਹੈ, ਉਹਦਾ ਦਰਬਾਰ ਵੀ ਸੱਚਾ ਹੈ, ਉਹਦੀ ਪਾਤਸ਼ਾਹੀ ਸੱਚੀ ਆ। ਸੱਚੀ ਕੁਦਰਤ ਧਾਰਿਆਨ, ਸੱਚ ਸਿਰਜਿਓਨ ਜਹਾਨ। ਉਹਨੇ ਸੱਚੀ ਕੁਦਰਤ ਕਹੀਏ ਸ਼ਕਤੀ ਵੀ ਆਪ ਧਾਰਨ ਕੀਤੀ ਹੋਈ ਆ। ਉਸ ਸੱਚੇ ਪ੍ਰਮਾਤਮਾ ਨੇ ਜਹਾਨ ਕਹੀਏ ਸੰਸਾਰ ਨੂੰ ਸਿਰਜਿਆ, ਪੈਦਾ ਕੀਤਾ। ਭਾਵ ਆਪ ਹੀ ਉਹ ਚੇਤਨ ਸਰੂਪ ਸਾਰੇ ਜਗਤ ਦੇ ਵਿੱਚ ਵਿਰਾਜ ਰਿਹਾ। ਅਨੇਕ ਭਾਂਤ ਹੋਏ ਪਸਰਿਆ, ਨਾਨਕ ਏਕ ਓੰਕਾਰ। ਜਿਤਨੀ ਵੀ ਆ ਭਾਂਤ ਭਾਂਤ ਦੀ ਦੁਨੀਆ ਵੇਖਦੇ ਆ ਨਾ ਆਪਾਂ, ਸਭ ਦੇ ਵਿੱਚ ਉਹ ਵਿਆਪਕ ਹੈ, ਰਚਣ ਵਾਲਾ ਇੱਕ ਹੈ। ਮਾਟੀ ਅਨੇਕ ਭਾਂਤ ਕਰ ਸਾਜੀ ਸਾਜਨਹਾਰ ਹੈ। ਮਾਟੀ ਇੱਕ ਹੈ, ਸਾਰੇ ਹੀ ਇੱਕ ਆ। ਜਿਵੇਂ ਘੁਮਿਆਰ ਵੀਰ ਭਾਂਡੇ ਬਣਾਉਂਦਾ ਨਾ, ਮਿੱਟੀ ਤਾਂ ਇੱਕ ਆ, ਉਹ ਚੱਕ ਇੱਕ ਆ ਜੀ, ਤੇ ਉਹ ਭਾਂਡੇ ਬਣਾਉਂਦਾ। ਕੁੱਜੀਆਂ ਕੁੱਜੇ, ਹਾਂਡੀਆਂ, ਵੱਡੇ ਘੜੇ ਬਣਾਉਂਦਾ। ਬੇਅੰਤ ਚੀਜ਼ਾਂ, ਮਿੱਟੀ ਇੱਕ ਹੈ। ਇਸੇ ਤਰ੍ਹਾਂ ਪਰਮੇਸ਼ਰ, ਆ ਜੀਵ ਜਿਤਨੇ ਵੀ ਇਹ ਸਾਰੇ ਆਪਾਂ ਇੱਕ ਦੂਜੇ ਨੂੰ ਵੇਖਦੇ ਆ, ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨਹਾਰ ਹੈ। ਨਾ ਕਸ ਪੋਚ ਮਾਟੀ ਕੇ ਭਾਂਡੇ, ਨਾ ਕਸ ਪੋਚ ਕੁੰਭਾਰ। ਉਹ ਕਹਿੰਦੇ ਅਨੇਕ ਭਾਂਤ ਹੋਏ ਪਸਰਿਆ, ਅਨੇਕ ਭਾਂਤ ਅਨੇਕ ਪ੍ਰਕਾਰ ਦਾ ਹੋ ਕੇ ਉਹ ਪਸਰ ਰਿਹਾ ਹੈ। ਨਾਨਕ ਏਕ ਓੰਕਾਰ ਹੈ, ਇੱਕ ਹੈ, ਇੱਕ ਵਿਆਪਕ। ਨਾਨਕ ਜਪੀਐ ਸਚ ਨਾਮ, ਹਉ ਸਦਾ ਸਦਾ ਕੁਰਬਾਨ। ਮਹਾਰਾਜ ਕਹਿੰਦੇ ਆ ਭਾਈ, ਸੱਚੇ ਪ੍ਰਮਾਤਮਾ ਦੇ ਨਾਮ ਨੂੰ ਜਪਣਾ ਕਰੀਏ ਤੇ ਹਉ ਸਦਾ ਸਦਾ ਕੁਰਬਾਨ। ਕਹੀਏ ਕਿ ਮੈਂ ਉਸ ਪ੍ਰਮਾਤਮਾ ਦੇ ਨਾਮ ਤੋਂ ਸਦਾ ਹੀ ਸੈਂਕੜੇ ਵਾਰੀ ਹਮੇਸ਼ਾ ਹੀ ਬਲਿਹਾਰ ਜਾਂਦਾ। ਮਹਾਰਾਜ ਸਮਝਾ ਰਹੇ ਆ ਕਿ ਇਹ ਸੱਚੇ ਨਾਮ ਉਸ ਮਾਲਕ ਦੀ ਬੰਦਗੀ ਜਿਹੜੀ ਆ, ਭਾਵ ਜੋ ਸੱਚੇ ਨਾਮ ਦਾ ਮਾਲਕ ਹੈ, ਉਹ ਸੱਚੇ ਨਾਮ ਦੇ ਜਪਣ ਨੂੰ ਜਪਣਾ ਕਰੀਏ। ਮੈਂ ਉਹਨਾਂ ਤੋਂ ਸਦਾ ਸੈਂਕੜੇ ਵਾਰੀ ਸਦਾ ਹੀ ਬਲਿਆਰ, ਹਮੇਸ਼ਾ ਹੀ ਬਲਿਆਰ ਜਾਂਦਾ। ਅਗਲਾ ਸ਼ਬਦ, ਉਦਮ ਕਰ ਹਰ ਜਾਪਣਾ, ਬੜਭਾਗੀ ਤਨ ਖਾਟ। ਐ ਬੰਦੇ, ਜਿੱਥੇ ਤੂੰ ਖਾਣ ਪੀਣ ਭੋਗਣ ਲਈ
ਉਦਮ ਕਈਏ ਯਤਨ ਕਰਦਾ, ਲੜਾਈ ਝਗੜੇ ਮੁਕੱਦਮੇ ਬਾਜ਼ੀਆਂ ਧੜੇ ਬਾਜ਼ੀਆਂ ਲਈ ਉਦਮ ਕਰਦਾ, ਉਥੇ ਉਦਮ ਕਈਏ ਯਤਨ ਕਰ। ਇਹ ਕੋਸ਼ਿਸ਼ ਕਰਕੇ ਪਰਮਾਤਮਾ ਨੂੰ ਜਪਣਾ ਕਰਤੇ ਵੱਡਿਆਂ ਭਾਗਾਂ ਵਾਲੇ ਨਾਮ ਰੂਪੀ ਧਨ ਨੂੰ ਖੱਟਣਾ ਕਰ। ਉਦਮ ਕਰ ਹਰ ਜਾਪਣਾ, ਉਦਮ ਕਰ ਉਹਨੂੰ ਮਿਲਣ। ਬੰਦਾ ਉਦਮ ਕਰਦਾ ਧੜੇ ਬਾਜ਼ੀਆਂ ਦਾ, ਮੁਕੱਦਮੇ ਬਾਜ਼ੀਆਂ ਦਾ, ਸ਼ੋਸ਼ੇ ਬਾਜ਼ੀਆਂ ਦੇ, ਇਧਰ ਉਧਰ ਕਰਨ ਦੇ, ਕੁਛ ਵੀ ਸੰਸਾਰਕ ਤੌਰ ਤੇ, ਪਰ ਉਹ ਮਾਲਕ ਨੂੰ ਪਾਉਣ ਦਾ ਯਤਨ ਨਹੀਂ ਜੇ ਕਰਦਾ, ਉਦਮ ਉਧਰ ਨਹੀਂ ਕਰਦਾ। ਤੇ ਬੜਭਾਗੀ ਧਨ ਖਾਟ, ਵੱਡਿਆਂ ਭਾਗਾਂ ਵਾਲੇ ਬੰਦਿਆ ਨਾਮ ਰੂਪੀ ਧਨ ਨੂੰ ਖੱਟਣਾ ਕਰ, ਉਹਨੂੰ ਪ੍ਰਾਪਤ ਕਰ। ਉਦਮ ਉਹ ਕਰ ਜਿਹਦੇ ਨਾਲ ਤੈਨੂੰ ਨਾਮ ਬੰਦਗੀ ਮਿਲੇ। ਸੰਤ ਸੰਗ ਹਰ ਸਿਮਰਨਾ, ਮਲ ਜਨਮ ਜਨਮ ਕੀ ਕਾਟ। ਸੰਤਾਂ ਦੀ ਸੰਗਤ ਕਰਕੇ, ਪਰਮੇਸ਼ਰ ਦੇ ਨਾਮ ਨੂੰ ਯਾਦ ਕਰਕੇ, ਆਪਣੇ ਅੰਦਰ ਪਈ ਜਨਮਾਂ ਜਨਮਾਂ ਦੀ ਅਵਿਦਿਆ ਰੂਪੀ ਮੈਲ ਜਿਹੜੀ ਹੈ ਨਾ, ਕਾਹਦੀ ਲੱਗ ਗਈ ਜੀ ਮੈਲ? ਸਾਡੀ ਹਉਮੈ ਦੀ। ਅੰਦਰ ਤੱਕ ਆ, ਬਾਹਰ ਦੀ ਮੈਲ ਨਹੀਂ ਜੇ ਜਾਂਦੀ। ਜਿੰਨੀ ਵੀ ਦੁਨੀਆ ਨਾ, ਸਭ ਮੈਲੀ ਹੈ। ਇੱਥੋਂ ਤੱਕ ਹਰ ਚੀਜ਼ ਦੇ ਵਿੱਚ ਮੈਲ ਹੈ। ਪਾਣੀ 'ਚ ਵੀ ਮੈਲ ਹੈ ਜੀ, ਚੰਦਰਮਾ ਦੇ ਵਿੱਚ ਵੀ ਮੈਲ ਹੈ, ਧਰਤੀ 'ਚ ਵੀ ਮੈਲ ਹੈ, ਸੂਰਜ ਦੇ ਵਿੱਚ ਵੀ ਮੈਲ ਹੈ। ਰੱਬ ਮੈਲਾ, ਬਾਣੀ ਕਹਿੰਦੀ ਹੈ ਰੱਬ ਮੈਲਾ, ਮੈਲਾ ਹੈ ਚੰਦ। ਸੂਰਜ ਵੀ ਮੈਲ ਹੈ, ਚੰਦਰਮਾ ਵੀ ਮੈਲ ਹੈ। ਅੰਦਰ ਤੱਕ ਇਹ ਮੈਲ ਨਹੀਂ ਜਾਂਦੀ। ਅੰਦਰ ਤੱਕ ਕਾਹਦੀ ਮੈਲ ਗਈ ਵੀ ਹੈ ਜੀ? ਕਿਹੜੀ? ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਓ। ਜਨਮਾਂ ਜਨਮਾਂ ਦੀ ਮੈਲ ਲੱਗੀ ਐ ਇਸ ਮਨ ਨੂੰ। ਕਾਹਦੀ ਲੱਗ ਗਈ ਆ? ਅਧੀਨਗੀ ਦੇ ਬਚਨ ਨੇ। ਮੈਲ ਲੱਗ ਗਈ ਆ ਸਾਡੀ ਹਉਮੈ ਦੀ, ਸਾਡੇ ਹੰਕਾਰ ਦੀ। ਉਹ ਕਹਿੰਦੇ ਉਹ ਮਲ ਜਨਮ ਜਨਮ ਕੀ ਕਾਟ। ਜਦੋਂ ਸਾਧੂਆਂ ਦਾ ਸੰਗ ਕਰੇਗਾ ਬੰਦਿਆ, ਸੰਤਾਂ ਦੀ ਸੰਗਤ ਕਰੇਗਾ, ਪਰਮੇਸ਼ਰ ਨੂੰ ਜਪੇਗਾ, ਉਹਨਾਂ ਦਾ ਸੰਗ ਕਰਕੇ, ਤਾਂ ਜਿਹੜੀ ਅੰਦਰ ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਵੀ ਆ ਨਾ, ਉਹ ਕੱਟ ਹੋ ਜਾਏਗੀ। ਅਵਿਦਿਆ ਰੂਪੀ ਮੈਲ ਜਿਹੜੀ ਆ, ਅਗਿਆਨਤਾ ਦਾ ਹਨੇਰਾ ਜਿਹੜਾ ਤੇਰੇ ਅੰਦਰ ਪਿਆ ਵਾ। ਮਨ ਮੇਰੇ ਰਾਮ ਨਾਮ ਜਪ ਜਾਪੂ ਮਨਾ। ਰਾਮ ਕਹੀਏ ਉਹ ਰਮਿਆ ਹੋਇਆ ਜਿਹੜਾ, ਕਿਸੇ ਸਰੀਰ ਦਾ ਨਾਮ ਨਹੀਂ ਰਾਮ, ਜਿਹੜਾ ਰਮਿਆ ਹੋਇਆ ਹਰ ਇੱਕ ਦੇ ਵਿੱਚ, ਜਿਹੜਾ ਵਿਆਪਕ ਹੈ, ਜਿਹਨੂੰ ਆਪਾਂ ਕਰਤਾ ਪੁਰਖ ਕਹਿੰਦੇ ਆ। ਹਰ ਇੱਕ ਦੇ ਵਿੱਚ ਸਰਬ ਵਿਆਪਕ ਪਰਮੇਸ਼ਰ ਹੈ। ਉਸ ਰਮੇ ਹੋਏ ਪਰਮੇਸ਼ਰ ਦੇ ਨਾਮ ਨੂੰ ਬਾਣੀ ਤੇ ਮਨ ਕਰਕੇ ਜਪਣਾ ਕਰ। ਨਾਮ ਨੂੰ ਬਾਣੀ ਤੇ ਭਾਵ ਆ ਬਾਣੀ ਕਹੀਏ ਆਪਣੀਆਂ ਜਿਹੜੇ ਆਪਾਂ ਬੋਲਨੇ ਆ, ਜ਼ਬਾਨ ਸਾਡੀ ਬੋਲ, ਬਾਣੀ ਕਹੀਏ ਬਚਨ ਬੋਲਣਾ ਸਾਡਾ, ਇਹਦੇ ਕਰਕੇ ਤੇ ਮਨ ਕਰਕੇ ਜਪਣਾ ਕਰ। ਬੋਲਾਂ ਤੋਂ ਸਿਰਫ ਉਹਦੇ ਨਾਮ ਦੀ ਸੁਗੰਧ ਆਵੇ, ਉਹਦੇ ਨਾਮ ਦੀ। ਕੌੜੇ ਬਚਨ ਨਾ ਤੇਰੀ ਜੀਭ ਚੋਂ ਨਿਕਲਣ। ਇਹ ਨਾ ਹੋਵੇ ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਹੋਰੇ ਰਸਾਂ 'ਚ ਲੱਗ ਗਈ ਜੀਵ ਸਾਡੀ। ਤੇ ਫਿਰ ਮਨ ਵੀ ਜਿਹੜਾ ਨਾ, ਮਨ ਮੇਰੇ ਰਾਮ ਨਾਮ ਜਪ ਜਾਪ, ਬਾਣੀ ਕਰਕੇ ਭਾਵ ਬਚਨਾ ਕਰਕੇ ਤੇ ਮਨ ਕਰਕੇ। ਅੰਦਰ ਦੇ ਖਿਆਲਾਤ ਜਿਹੜੇ ਆ ਨਾ, ਅੰਦਰ ਦੇ
ਸੰਕਲਪ ਵਿਕਲਪ ਬੰਦੇ ਦੇ ਅੰਦਰ ਉੱਠਦੇ ਆ ਜਿਹੜੇ ਚੰਗੇ ਮਾੜੇ, ਉਹਨਾਂ ਦੀ ਗੱਲ। ਅੰਦਰ ਤੇਰੇ ਕਲਪਨਾਵਾਂ ਦੀਆਂ ਗੰਢਾਂ ਨਾ ਬੰਨਣ, ਸ਼ੁੱਧ ਬਿਰਤੀ ਬਣ ਜੇ, ਸ਼ੁੱਧ ਖਿਆਲਾਤ, ਸਕੂਨ ਆਵੇ ਜੀਵਨ ਦਾ, ਹਰ ਇੱਕ ਚੀਜ਼ ਪਿਆਰੀ ਲੱਗਣ ਲੱਗ ਜਾਏ ਉਹਦੀ ਰਜ਼ਾ 'ਚ। ਬਿਰਤੀ ਸ਼ੁੱਧ ਬਣ ਜਾਏ, ਸ਼ੁੱਧ ਖਿਆਲ ਆਉਣ ਅੰਦਰ, ਤੇ ਉਹਦੇ ਨਾਲ ਕੀ ਹੈ, ਮਨ ਇੱਛੇ ਫਲ ਪੁੰਚ ਤੂ, ਸਭ ਚੁਕੈ ਸੋਗ ਸੰਤਾਪ। ਕਹਿੰਦੇ ਤੂੰ ਮਨ ਇੱਛਤ ਫਲਾਂ ਨੂੰ ਭੁਗਤਣਾ ਕਰੇਂਗਾ ਫਿਰ ਇਹਦੇ ਨਾਲ। ਜਿਹੜਾ ਵੀ ਫਿਰ ਮਨ ਦੇ ਵਿੱਚ ਖਿਆਲ ਆਏਗਾ ਨਾ, ਭਾਵ ਸ਼ੁੱਧ ਹੋਏਗਾ, ਇਹ ਨਹੀਂ ਵੀ ਕਿਸੇ ਦਾ ਮਾੜਾ ਮੰਗਾਂਗੇ। ਫਿਰ ਜਦੋਂ ਅਸੀਂ ਰੱਬ ਨਾਲ ਜੁੜ ਗਏ, ਬਸ ਇਹ ਨੁਕਤੇ ਨੇ, ਤਰੀਕੇ ਨੇ, ਮੈਂ ਜੁੜਿਆ ਜਾਂ ਨਾ ਜੁੜਿਆ ਪਰਮੇਸ਼ਰ ਨਾਲ, ਉਹਦੀ ਰਜ਼ਾ ਵਿੱਚ ਰਹਿ ਰਿਹਾ ਜਾਂ ਨਾ ਰਹਿ ਰਿਹਾ। ਆਪਣੇ ਆਪ ਨੂੰ ਗੁਰਬਾਣੀ ਦੇ ਕੈਲਕੂਲੇਟਰ ਦੇ ਨਾਲ ਮਾਪਣ ਦੀ ਕੋਸ਼ਿਸ਼ ਕਰੀਏ, ਵਾਚੀਏ ਅੰਦਰੋਂ। ਅੰਦਰ ਦੇ ਖਿਆਲਾਤ ਸ਼ੁੱਧ ਹੋ ਜਾਣਗੇ। ਗੁਰਬਾਣੀ ਨੂੰ ਆਪਣੇ ਨਾਲ ਨਾ ਮਿਲਾਓ, ਗੁਰਬਾਣੀ ਨਾਲ ਖੁਦ ਮਿਲੋ। ਕਈ ਮਨਮਤੀਆਂ ਨੇ ਗੁਰਬਾਣੀ ਦੀਆਂ ਤੁਕਾਂ ਆਪਣੇ ਆਪ ਨਾਲ ਜੋੜ ਲੀਆਂ ਕਿ ਇਹ ਮੇਰੇ ਵਾਸਤੇ ਆ, ਕਿ ਮੇਰੇ ਵਾਸਤੇ ਆ। ਦੂਜੀਆਂ ਉਹ ਕਹਿੰਦੇ ਦੂਜਿਆਂ ਵਾਸਤੇ ਨੇ। ਬੜੀ ਦੁਨੀਆ, ਬੜਾ ਇਤਿਹਾਸ ਹੈ ਜੀ। ਆਪਣੇ ਨਾਲ ਜੋੜ ਲਈਆਂ ਕਿ ਜਿੱਦਾਂ ਦੇ ਕੋਈ ਕਰਮ ਕਰਦਾ ਉਹ ਤੁਕ ਕੱਢ ਲਈ, ਬਸ ਆ ਬਸ ਉਹੀ ਜਪੀ ਜਾਣੀ। ਅੱਗੇ ਵੀ ਬੜਾ ਕੁਛ ਹੈ। ਗੁਰਬਾਣੀ ਨੂੰ ਆਪਣੇ ਨਾਲ ਨਹੀਂ ਜੋੜਨਾ, ਗੁਰਬਾਣੀ ਨਾਲ ਖੁਦ ਜੁੜਨਾ। ਗੁਰਬਾਣੀ ਸੁਣੀਏ, ਗੁਰਬਾਣੀ ਬਣੀਏ। ਗੁਰਬਾਣੀ ਸੁਣੀਏ, ਗੁਰਬਾਣੀ ਬਣੀਏ, ਉਹਦੇ ਵਰਗਾ ਜੀਵਨ ਬਣ ਜਾਏ। ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰ ਸਿੱਖੋ ਗੁਰਬਾਣੀ ਬਣੀਏ। ਅਰਥਾਂ ਨਾਲ ਜੁੜੀਏ ਭਾਈ, ਬਾਹਰੋਂ ਮੱਥੇ ਟੇਕਣ ਤੱਕ ਸੀਮਤ ਨਾ ਰਹਿ ਜੀਏ। ਉਹ ਕਹਿੰਦੇ ਫਿਰ ਤੂੰ ਸ਼ੁਭ ਇੱਛਾ ਅੰਦਰੋਂ, ਕਾਮਨਾਵਾਂ ਤੇਰੇ ਪੈਦਾ ਹੋਣਗੀਆਂ। ਫਿਰ ਜਿਹੜੀਆਂ ਮਨ ਇੱਛਤ ਗੱਲਾਂ ਨੇ, ਫਲ ਨੇ ਜਿਹੜੇ ਤੈਨੂੰ ਮਿਲਣਗੇ, ਉੱਥੇ ਵੀ ਫਿਰ ਭਲਾ ਹੀ ਹੋਏਗਾ ਸਭ ਦਾ। ਜੋ ਮੰਗਦੇ ਆਪਾਂ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਇਹ ਅੰਦਰੋਂ ਮੰਗਣ ਦੀ ਗੱਲ ਹੈ ਨੇ, ਕਿ ਬਾਹਰੋਂ ਕੇ ਜੀਵ ਨਾਲ ਮੰਗ ਲਿਆ, ਕਰਿਆ ਕਦੇ ਹੈ ਹੀ ਨਹੀਂ। ਮਹਾਰਾਜ ਦੇ ਬਚਨ ਪੜ੍ਹਦੇ ਆਂ ਜੀ, ਰੋਜ਼ ਸੁਣਦੇ ਆਂ ਕਿ ਨਾਨਕ ਨਾਮ ਅਰਾਧੀਐ, ਕਾਰਜ ਆਵੇ ਪਰ ਕਦੇ ਅਰਾਧਿਆ ਹੀ ਨਹੀਂ। ਅੰਦਰ ਝਾਤੀ ਮਾਰੀਏ, ਮੈਂ ਅਰਾਧਦਾ ਜਾਂ ਨਾ ਅਰਾਧਦਾ, ਉਹਨੂੰ ਜਪਦਾ ਜਾਂ ਨਾ ਜਪਦਾ। ਕਾਰਜ ਆਵੇ ਰਾਸ, ਕਾਰਜ ਤਾਂ ਰਾਸ ਹੋਣਗੇ ਜੇ ਬੰਦਾ ਅੰਦਰੋਂ ਅਰਾਧੂਗਾ, ਅੰਦਰੋਂ ਜਪੂਗਾ। ਰੋਜ਼ ਪੜ੍ਹਦੇ ਆ ਕਿ ਅੰਤਰ ਗੁਰ ਅਰਾਧਣਾ, ਜਿਹਵਾ ਜਪ ਗੁਰ ਨਾਉ, ਲਾਹਾ ਐਵੇਂ ਲੈਣਾ। ਨਾਨਕ ਨਾਮ ਅਰਾਧੀ ਹੈ। ਅੰਤਰ ਗੁਰ ਅਰਾਧਣਾ, ਗੁਰੂ ਨੂੰ ਅਰਾਧਣਾ। ਜਿਹਵਾ ਜਪ ਗੁਰ ਨਾਉ, ਆ ਜੀਵ ਦੇ ਨਾਲ ਗੁਰੂ ਜਪਣਾ। ਤੇ ਨੇਤਰੀ ਸਤਿਗੁਰ ਵੇਖਣਾ, ਆ ਨੇਤਰਾਂ ਦੇ ਨਾਲ ਗੁਰੂ ਨੂੰ ਹੀ ਦੇਖਣਾ। ਗੁਰੂ ਹੀ ਦਿਖੇ ਇੱਥੇ ਆ ਕੇ, ਹੋਰ ਕੁਛ ਨਾ ਦਿਖੇ। ਤੇ ਇਸ ਤਾਂ ਕੱਪੜਿਆਂ ਲੀੜਿਆਂ ਸਰੂਪਾਂ 'ਚ ਸ਼ਕਲਾਂ 'ਚ ਵੜ ਗਏ। ਕਿਹਨੇ ਕਿੱਦਾਂ ਦੇ ਪਾਏ ਆ, ਕਿਹਨੇ ਕਿੱਦਾਂ ਦੇ ਪਾਏ ਆ, ਬਸ ਕਿਹੜਾ ਕੀ ਕਰਦਾ। ਨੇਤਰੀ ਸਤਿਗੁਰ ਵੇਖਣਾ ਤੇ ਸਰਬਣੀ ਸੁਣਨਾ ਗੁਰੂ ਨਾਮ, ਆ ਕੰਨਾਂ ਦੇ ਨਾਲ ਗੁਰੂ ਦਾ ਹੀ ਜਸ ਸੁਣਨਾ। ਸਰਬਣੀ ਸੁਣਨਾ ਗੁਰੂ ਨਾਮ, ਸਤਿਗੁਰ ਸੇਤੀ ਰਤਿਆ। ਜਿਹੜਾ ਗੁਰੂ ਨਾਲ ਜੁੜ ਕਰਕੇ ਰੰਗਿਆ ਗਿਆ ਨਾ ਜੀ, ਗੁਰੂ ਨਾਲ ਜੁੜ ਗਿਆ, ਰਤਿਆ, ਰੰਗਿਆ ਗਿਆ। ਦਰਗਹਿ ਪਾਈਐ ਠਾਉ, ਉਹਨੇ ਦਰਗਾਹ ਵਿੱਚ ਜਗ੍ਹਾ ਪਾਉਣੀ ਆ, ਉਹਨੂੰ ਮਿਲਣੀਆਂ ਦਰਗਾਹ ਦੇ ਵਿੱਚ ਥਾਂ ਬੈਠਣ ਦੇ ਲਈ। ਉਹ ਕਹਿੰਦੇ ਭੁਗਤੇਗਾ ਸ਼ੁਭ ਇੱਛਾ ਦਾ ਫਲ, ਸਭ ਚੁਕੈ ਸੋਗ ਸੰਤਾਪ।
ਤੇ ਸਾਰੇ ਜਿੰਨੇ ਵੀ ਪਦਾਰਥਾਂ ਦੇ ਸੋਗ ਰੋਗ ਅੰਦਰ ਸਾਡੇ ਪੈਦਾ ਹੋਏ ਆ ਨਾ ਵਿਛੋੜੇ ਤੋਂ, ਸੋਗ ਨੇ ਪਦਾਰਥਾਂ ਦੀ ਪ੍ਰਾਪਤੀ ਨਾ ਹੋਈ, ਆਹ ਚੀਜ਼ ਮੈਨੂੰ ਮਿਲੀ ਨਹੀਂ, ਦੁਖੀ ਹੈ ਜੀ ਬੰਦਾ, ਮੇਰੇ ਕੋਲ ਆਹ ਵਸਤੂ ਨਹੀਂ ਆਈ, ਰੋਗੀ ਬਣ ਗਿਆ, ਦੁਖੀ ਹੋ ਗਿਆ, ਚਿੰਤਾ 'ਚ ਰਹਿੰਦਾ, ਟੈਨਸ਼ਨ ਹੈ, ਮੈਂ ਆਹ ਚੀਜ਼ ਪ੍ਰਾਪਤ ਕਰਨੀ ਸੀ ਨਹੀਂ ਮਿਲੀ, ਵਿਜੋਗ ਪੈਦਾ ਹੋ ਗਿਆ, ਨਹੀਂ ਮਿਲਿਆ, ਅਪ੍ਰਾਪਤੀ, ਨਾ ਮਿਲਣਾ। ਉਹ ਜਿਹੜੇ ਫਿਰ ਅੰਦਰ ਦੇ ਸੋਗ ਪੈਦਾ ਹੋਏ ਆ ਨਾ, ਉਹ ਸਭ ਲੈ ਜਾਂਦੇ ਆ, ਸੰਤਾਪ ਚੁੱਕ ਜਾਂਦੇ ਆ, ਭਾਵ ਬੁੱਧੀ ਦੇ ਜਿਹੜੇ ਰੋਗ ਨੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ, ਸੱਚੀ ਬਾਣੀ ਸੁਣਨ ਦੇ ਨਾਲ ਪ੍ਰੇਮੀਓ ਤਿੰਨ ਤਰ੍ਹਾਂ ਦੇ ਰੋਗ ਜਿਹੜੇ ਨੇ ਸਾਡੇ ਰੋਗ ਉਹ ਠੀਕ ਹੋਣਗੇ। ਦੁਖ ਰੋਗ, ਦੁੱਖ ਰੋਗ, ਦੁੱਖ ਸਰੀਰ ਦੇ, ਰੋਗ ਮਨ ਦੇ, ਤੇ ਸੰਤਾਪ, ਸੰਤਾਪ ਦਾ ਸੰਬੰਧ ਕਿਹਦੇ ਨਾਲ ਹੈ? ਸੰਤਾਪ ਦਾ ਸੰਬੰਧ ਸਾਡੇ ਮਤ ਬੁੱਧ ਜਿਹੜੀ ਆ ਨਾ ਅੰਦਰ, ਉਹਦੇ ਨਾਲ। ਇੱਥੇ ਆ ਕੇ ਸੱਚੀ ਬਾਣੀ ਸੁਣ ਕਰਕੇ ਸਰੀਰ ਦੇ ਦੁੱਖ, ਮਨ ਦੇ ਰੋਗ ਤੇ ਬੁੱਧੀ ਦੇ ਰੋਗ ਜਿਹੜੇ ਨੇ, ਸੰਤਾਪ, ਪਛਤਾਤਾਪ, ਪਛਤਾਵਾ, ਉਹਦਾ ਨਾ ਸੰਬੰਧ ਮਨ ਨਾਲ ਹੁੰਦਾ ਹੈ ਪ੍ਰੇਮੀਓ, ਨਾ ਤਨ ਨਾਲ ਹੁੰਦਾ ਹੈ, ਭਾਵ ਨਾਲ, ਨਾ ਸਰੀਰ ਨਾਲ ਹੁੰਦਾ ਹੈ। ਉਹ ਦਿਮਾਗ ਟੈਨਸ਼ਨ ਕਹੀਏ, ਮਤ ਬੁੱਧ ਰੋਗ ਹੋ ਜਾਂਦਾ, ਸੰਤਾਪ ਆਦ ਵਿਆਦ, ਭਾਵ ਦੁਖੰਤਾ ਸੁਖ ਰਾਤ ਜਿਹੜੀ ਅਰਦਾਸ ਕਰਨੇ ਆਪਾਂ, ਤਾ ਕੋ ਵਿਘਨ ਨਾ ਕਉ ਲਾਗੈ, ਜਾ ਕੀ ਪ੍ਰਭ ਆਗੈ ਅਰਦਾਸ। ਇਸ ਕਰਕੇ ਅੰਦਰ ਦੇ ਜਿਹੜੇ ਸੰਤਾਪ ਨੇ ਨਾ ਮਤ ਬੁੱਧ ਦੇ, ਪਛਤਾਤਾਪ, ਪਛਤਾਵਾ, ਚਿੰਤਾ, ਕਿਸੇ ਗੱਲ ਦੀ ਚਿੰਤਾ ਟੈਨਸ਼ਨ ਹੋ ਜਾਣੀ, ਉਹ ਦੂਰ ਹੋ ਜੂ। ਪਰ ਬੰਦਾ ਹੋਵੇ ਸ਼ੁੱਧ, ਜੇ ਆਪਾਂ ਸੱਚ ਆ ਨਾ, ਬੰਦੇ ਦੇ ਕੋਲ ਸੱਚ ਹੈ, ਸਹੀ ਆ, ਜੀਵਨ ਲੈਣ ਸਹੀ ਆ, ਕਿਰਦਾਰ ਸਹੀ ਆ, ਜੋ ਮਰਜ਼ੀ ਕਹੀ ਜਾਵੇ ਕੋਈ, ਜਦ ਬੰਦਾ ਖੁਦ ਸਹੀ ਚੱਲ ਰਿਹਾ, ਕੋਈ ਪਛਤਾਤਾਪ ਨਹੀਂ, ਕੋਈ ਚਿੰਤਾ ਨਹੀਂ। ਉੱਥੇ ਕਹਿੰਦੇ ਸਭ ਚੁੱਕੇ ਸੋਗ ਸੰਤਾਪ, ਜਿਤਨੇ ਵੀ ਸੋਗ ਨੇ, ਪਦਾਰਥਾਂ ਦੀ ਅਪ੍ਰਾਪਤੀ ਜਿਹੜੀ ਆਪਾਂ ਪਦਾਰਥ ਨਾ ਮਿਲੇ, ਰੋਗ ਪੈਦਾ ਹੋ ਗਏ, ਸੰਤਾਪ ਨੇ, ਉਹ ਚੁੱਕ ਜਾਣਗੇ, ਖਤਮ ਹੋ ਜਾਂਦੇ ਆ ਜੀ, ਨੱਠ ਜਾਂਦੇ ਆ। ਪਰ ਇਹ ਬਰਕਤਾਂ ਆਉਣਗੀਆਂ ਨਾਮ ਬਾਣੀ ਨਾਲ, ਘਰੇ ਬਹਿ ਕੇ ਨਹੀਂ। ਕਿ ਨਾਨਕ ਨਾਮ ਅਰਾਧਨਾ ਕਾਰਜ ਆਵੇ ਰਾਸ, ਅਰਾਧੀਏ, ਇਹ ਨਾ ਕੇਵਲ ਪੜਨ ਸੁਣਨ ਤੱਕ ਸੀਮਤ ਰਹਿ ਜੀਏ। 5-10 ਮਿੰਟ ਜ਼ਰੂਰ ਜੁੜੋ, ਵਾਹਿਗੁਰੂ ਵਾਹਿਗੁਰੂ ਜ਼ਰੂਰ ਕਰੋ ਜੀ, ਅਰਾਧਨਾ ਕਰੋ, ਉਹਨੂੰ ਉਹਦੇ ਰੰਗ ਵਿੱਚ ਅਭੇਦ ਹੋਣ ਦੀ ਕੋਸ਼ਿਸ਼ ਕਰੀਏ। ਆਓ ਭੁੱਲਾਂ ਤੋਂ ਖਿਮਾ, ਇੱਥੇ ਸਮਾਪਤੀ ਹੈ ਭਾਈ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਦਿਵਸ ਰਾਤ ਦੋਇ ਦਾਈ ਦਾਇਆ, ਚੰਗਿਆਈਆਂ ਬੁਰਿਆਈਆਂ ਕਰਮੀ ਆਪੋ ਆਪਣੀ, ਜਿਨੇ ਨਾਮ ਤੇ ਆਇਆ, ਨਾਨਕ ਤੇ ਮੁਖ ਉਜਲੇ, ਜਿਨੇ ਨਾਮ ਤੇ ਆਇਆ, ਨਾਨਕ ਤੇ ਮੁਖ ਉਜਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।